ਗੁੱਡ ਮਾਰਨਿੰਗ एवरीवन ਕਿਵੇਂ ਹੋ ਸਾਰੇ। ਸੋ ਅੱਜ ਆਪਾਂ ਅਪਲਾਈਡ ਫਿਜ਼ਿਕਸ ਦਾ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸੈਮੀਕੰਡਕਟਰ। ਸੋ ਸੈਮੀਕੰਡਕਟਰ ਬਾਰੇ ਤੁਸੀਂ ਪਹਿਲਾਂ ਵੀ ਥੋੜਾ ਬਹੁਤਾ ਸੁਣਿਆ ਹੋਊਗਾ। ਸੈਮੀਕੰਡਕਟਰ ਇੱਕ ਇਹੋ ਜਿਹਾ ਮਟੀਰੀਅਲ ਹੈ ਜਿਹੜਾ ਕਿ ਲਗਭਗ ਹਰ ਇੱਕ ਇਲੈਕਟ੍ਰੋਨਿਕ ਡਿਵਾਈਸ ਜਿਵੇਂ ਕਿ ਮੋਬਾਈਲ ਹੋ ਗਿਆ, ਕੰਪਿਊਟਰ ਹੋ ਗਿਆ, ਟੀਵੀ ਹੋ ਗਿਆ, कोई भी इलैक्ट्रॉनिक डिवाइस हो गया सैमीकंडक्टर उत्थे यूज़ किया जाता है। ओके सो ये एक इलैक्ट्रॉनिक इंडस्ट्री का बहुत ही इंपॉर्टेंट पार्ट है तो इलैक्ट्रॉनिक इंडस्ट्री एक तरह का रेवोल्यूशन लैके आता सी। सो सैमीकंडक्टर की हुंदा है ये आप अज डिस्कस करांगे। सो सैमीकंडक्टर नूं समझण तो पहलां सानूं कुछ बेसिक पता होना चाहिए है। सो ਉਹਦੇ ਵਿੱਚ ਸਭ ਤੋਂ ਪਹਿਲਾਂ ਸੈਮੀਕੰਡਕਟਰ ਨੂੰ ਸਮਝਣ ਲਈ ਆਪਾਂ ਪੜਾਂਗੇ એનર્ਜੀ ਬੈਂਡਸ ਇਨ ਸੋਲਿਡਸ। ਸੋ ਅੱਜ ਦਾ ਸਾਡਾ ਟੌਪਿਕ ਹੋਊਗਾ એનર્ਜੀ ਬੈਂਡਸ ਇਨ ਸੋਲਿਡਸ। ਸੋ ਬਿਨਾਂ ਕਿਸੇ ਦੇ ਜੋ ਲੈਟਸ ਸਟਾਰਟ। ਸੋ ਕੁਝ ਵੀ ਕਰਨ ਤੋਂ ਪਹਿਲਾਂ ਥੋੜਾ ਆਪਾਂ ਰੀਕੈਪ ਕਰ ਲੈਂਦੇ ਆ ਕਿ ਵਾਟ ਆਰ ਇਨਸੂਲੇਟਰ, ਕੰਡਕਟਰ ਐਂਡ ਸੈਮੀਕੰਡਕਟਰ। ਓਕੇ ਸੋ ਇਨਸੂਲੇਟਰ ਇੱਕ ਇਹੋ ਜਿਹਾ ਮਟੀਰੀਅਲ ਹੁੰਦਾ ਹੈ ਜਿਹਦੇ ਵਿੱਚੋਂ ਕਰੰਟ ਪਾਸ ਨਹੀਂ ਕਰ ਸਕਦਾ। ओके फॉर एग्जाम्पल वुड, रबर, प्लास्टिक ग्लास एंड कंडक्टर एक इहो जिहा मटीरियल हुंदा है जिहदे विचों कि आसानी दे नाल ईजीली करंट फ्लो करदा है, करंट पास करदा है। फॉर एग्जाम्पल एलुमीनियम, कॉपर, सिल्वर, गोल्ड एंड सैमीकंडक्टर एक वो मटीरियल हुंदा है जिहदी कंडक्टिविटी इंसूलेटर तो काफ़ी ज़्यादा हुंदी है ते कंडक्टर तो घट हुंदी है। ठीक है सो कंडक्टिविटी मीनस जो सैमीकंडक्टर है ਉਹਦੇ ਵਿੱਚੋਂ करंट ਤਾਂ पास कर सकता है, इंसूलेटर ਦੇ ਨਾਲੋਂ ज़्यादा करंट पास करूगा बट उन्ना नहीं पास करता जिन्ना किसी कंडक्टर ਦੇ ਵਿੱਚੋਂ पास कर सकता है। सो ਇਹਦੀ जो कंडक्टिविटी है वो लाई करती है बिटवीन द इंसूलेटर एंड कंडक्टर। सो सैमीकंडक्टर ਦੀ एग्जांपल्स ਹੈਗੀਆਂ सिलिकॉन, जर्मेनियम। सो एनर्जी बैंड्स ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਐਟੋਮਿਕ ਸਟਰਕਚਰ ਪਤਾ ਹੋਣੀ ਚਾਹੀਦੀ ਹੈ ਕਿ ਇੱਕ ਐਟਮ ਦੀ ਸਟਰਕਚਰ ਕਿਸ ਤਰ੍ਹਾਂ ਦੀ ਹੁੰਦੀ ਹੈ। ਸੋ ਇਹਨੂੰ ਸਮਝਣ ਲਈ ਐਟਮ ਦੀ ਸਟਰਕਚਰ ਨੂੰ ਸਮਝਣ ਲਈ ਆਪਾਂ ਸਟੱਡੀ ਕਰਾਂਗੇ ਦ ਬੋਹਰਸ ਮਾਡਲ ਆਫ ਐਨ ਐਟਮ। ਸੋ ਨੀਲਸ ਬੋਹਰ ਇੱਕ ਸਾਇੰਟਿਸਟ ਹੋਇਆ ਸੀ, ਉਹਨਾਂ ਆਪਣੇ ਪੋਸਟੂਲੇਟਸ ਦਿੱਤੇ ਕਿ ਇਹ ਹਾਂ ਵੀ ਐਟਮ ਜਿਹੜਾ ਹੋਊਗਾ ਉਹ ਕਿਸ ਤਰ੍ਹਾਂ ਦਾ ਹੁੰਦਾ ਆ। ਸੋ उन्हें क्या कि एटम के दो पार्ट्स होंगे है, एटम के दो पार्ट्स होंगे है। एक नू आपां कहोंगे न्यूक्लियस एंड सैकेंड पार्ट नू कहोंगे एक्सट्रा न्यूक्लियर पार्ट। सो इधर देखो डायग्राम दे विच ए हो गया सेंटर च न्यूक्लियस एंड बाकी जिहड़ा ए वाला पार्ट बचिया इनू आपां कहोंगे एक्सट्रा न्यूक्लियर पार्ट। ठीक है तो इलैक्ट्रॉन्स ਜਿਹੜੇ ਹੁੰਦੇ ਆ ਉਹ ਨਿਊਕਲੀਅਸ ਦੇ ਅਰਾਊਂਡ ਇਸ ਐਕਸਟਰਾ ਨਿਊਕਲੀਅਰ ਪਾਰਟ ਦੇ ਵਿੱਚ ਰਿਵੋਲਵ ਕਰਦੇ ਆ। ਸੌਰੀ ਠੀਕ ਹੈ। ਸੋ ਫਸਟ ਪੁਆਇੰਟ ਕੀ ਕਿਹਾ ਉਹਨੇ, ਫਸਟ ਪੋਸਟੂਲੇਟਸ ਕੀ ਸੀਗਾ ਉਹਦਾ ਕਿ ਐਟਮ ਦੇ ਦੋ ਪਾਰਟਸ ਹੁੰਦੇ ਆ, ਇੱਕ ਹੁੰਦਾ ਆ ਨਿਊਕਲੀਅਰ ਪਾਰਟ ਜਾਂ ਨਿਊਕਲੀਅਸ ਐਂਡ ਸੈਕਿੰਡ ਇਜ਼ ਐਕਸਟਰਾ ਨਿਊਕਲੀਅਰ ਪਾਰਟ। ਤੇ ਐਕਸਟਰਾ ਨਿਊਕਲੀਅਰ ਪਾਰਟ ਦੇ ਵਿੱਚ ਇਲੈਕਟ੍ਰੋਨਸ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦੇ ਆ। ਓਕੇ ਸੈਕਿੰਡ ਪੁਆਇੰਟ ਹੁਣ ਦੇਖੋ ਆ ਦੇਖੋ ਇਸ ਡਾਇਗਰਾਮ ਦੇ ਵਿੱਚ ਦੇਖੋ ਨਿਊਕਲੀਅਸ ਦੇ ਆਲੇ ਦੁਆਲੇ ਤੁਹਾਨੂੰ ਆ ਲਾਈਨਸ ਦਿਖ ਰਹੀ ਹੈ ਨਾ, ਸਰਕਲ ਸਰਕਲ ਦਿਖ ਰਹੇ ਆ। ਇਹਨੂੰ ਨਾਮ ਦਿੱਤਾ ਜਾਂਦਾ ਹੈ ਔਰਬਿਟਸ ਜਾਂ ਕਈ ਜਗ੍ਹਾ ਸ਼ੈਲ ਵੀ ਕਹਿ ਦਿੰਦੇ ਆ। ਸੋ ਸੈਕਿੰਡ ਪੁਆਇੰਟ ਇਹ ਹੀ ਜਿਹੜੇ ਇਲੈਕਟ੍ਰੋਨਸ ਹੈ ਉਹ ਨਿਊਕਲੀਅਸ ਦੇ ਅਰਾਊਂਡ ਇਹਨਾਂ ਔਰਬਿਟਸ ਦੇ ਵਿੱਚ ਰਿਵੋਲਵ ਕਰਦੇ ਆ। ਠੀਕ ਹੈ ਸੋ ਔਰਬਿਟਸ ਕੀ ਇੱਕ ਤਰ੍ਹਾਂ ਦਾ ਰਸਤਾ ਆ ਜਿਹਦੇ ਵਿੱਚ ਇਲੈਕਟ੍ਰੋਨਸ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦੇ ਆ। ਤੇ ਇਹ ਔਰਬਿਟਸ ਕੀ ਹੁੰਦੇ ਦੇਖੋ ਇੱਥੇ ਡੈਫੀਨੇਟ ਔਰਬਿਟਸ ਮੀਨਸ ਇਹ ਔਰਬਿਟ ਡੈਫੀਨੇਟ ਹੁੰਦੇ ਆ। ਡੈਫੀਨੇਟ ਮੀਨਸ ਪੱਕੇ। ਓਕੇ अगर पहला ऑर्बिट इत्थे है तो दूसरा ऑर्बिट इत्थे ही होगा, इन्हां विच कोई ऑर्बिट होर नहीं होगा। तो तीसरा ऑर्बिट इत्थे ही होगा, इन्हां दे विच कोई ऑर्बिट होर नहीं होगा।
ਸੋ ਔਰਬਿਟਸ ਡੈਫੀਨੇਟ ਹੁੰਦੇ ਆ। ਸੋ ਇਸ ਔਰਬਿਟਸ ਜਾਂ ਸ਼ੈਲਸ ਨੂੰ ਨਾਮ ਦੇਤਾ KLM। ਓਕੇ, ਸੋ ਸੈਕੰਡ ਪੁਆਇੰਟ ਕੀ ਹੋਇਆ ਕਿ all the electrons revolve around the nucleus in definite orbits, ਪੱਕੇ orbits, definite orbits, each having fixed amount of energy। ਹੁਣ ਇਹਦਾ ਕੀ ਮਤਲਬ ਹੈ? ਸੋ ਹਰ ਇੱਕ orbit ਦੀ ਇੱਕ fixed amount of energy ਹੈ। it means ਕਿ ਅਗਰ ਇਲੈਕਟ੍ਰੋਨ ਇਸ orbit ਦੇ ਵਿੱਚ revolve ਕਰੂਗਾ, ਉਹ ਇਹਨਾਂ ਇਲੈਕਟ੍ਰੋਨਸ ਦੀ ਇੱਕ definite energy ਹੋਊਗੀ ਜਿਹੜੀ ਹੁੰਦੀ ਹੈ -13.6 ਇਲੈਕਟ੍ਰੋਨ ਵੋਲਟ। ਠੀਕ ਹੈ, ਐਂਡ ਅਗਰ ਇਲੈਕਟ੍ਰੋਨ ਇਹਨਾਂ ਔਰਬਿਟਸ ਦੇ ਵਿੱਚ ਸੈਕਿੰਡ ਔਰਬਿਟ ਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰੂਗੇ ਤੇ ਉਹਨਾਂ ਇਲੈਕਟ੍ਰੋਨਸ ਦੀ ਵੀ ਇੱਕ ਡੈਫੀਨੇਟ એનર્ਜੀ ਹੋਊਗੀ। ਠੀਕ ਹੈ, ਐਂਡ ਅਗਰ ਇਲੈਕਟ੍ਰੋਨ ਥਰਡ ਔਰਬਿਟ ਦੇ ਵਿੱਚ ਰਿਵੋਲਵ ਕਰਨਗੇ, ਉਹਨਾਂ ਇਲੈਕਟ੍ਰੋਨਸ ਦੀ ਵੀ ਇੱਕ ਡੈਫੀਨੇਟ ਅਮਾਊਂਟ ਆਫ એનર્ਜੀ ਹੋਊਗੀ। ਠੀਕ ਹੈ, ਸੋ એનર્ਜੀ ਫਿਕਸ ਹੁੰਦੀ ਹੈ ਕਿ ਪਹਿਲੇ ਔਰਬਿਟ ਦੀ એનર્ਜੀ ਇੰਨੀ ਹੁੰਦੀ ਹੈ, ਸੈਕਿੰਡ ਦੀ ਇੰਨੀ, ਥਰਡ ਦੀ ਇੰਨੀ। ਠੀਕ ਹੈ, ਸੋ ਇਹਦਾ ਮਤਲਬ ਹੈ ਈਚ ਹੈਵਿੰਗ ਫਿਕਸਡ ਅਮਾਊਂਟ ਆਫ એનર્ਜੀ। ਸੋ ਹਰ ਇੱਕ ਔਰਬਿਟ ਦੀ એનર્ਜੀ ਫਿਕਸਡ ਹੁੰਦੀ ਹੈ ਤੇ ਜਿਹੜੇ ਇਲੈਕਟ੍ਰੋਨਸ ਉਹਨਾਂ ਔਰਬਿਟਸ ਤੇ ਰਿਵੋਲਵ ਕਰਨਗੇ, ਉਹਨਾਂ ਦੀ એનર્ਜੀ ਔਰਬਿਟਸ ਦੀ એનર્ਜੀ ਦੇ ਇਕੁਇਵਲੈਂਟ ਹੋਊਗੀ। ਠੀਕ ਹੈ, ਥਰਡ ਪੁਆਇੰਟ ਕੀ ਹੈ ਕਿ ਹੁਣ ਇਹਨਾਂ ਔਰਬਿਟਸ ਦੇ ਵਿੱਚ ਇਲੈਕਟ੍ਰੋਨਸ ਦਾ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਹੋਊਗਾ। ਸੋ ਇਹਦਾ ਇੱਕ ਫਾਰਮੂਲਾ ਹੈਗਾ n = 2n²। ਠੀਕ ਹੈ, n is the number of electrons in an orbit ਤੇ n small n ਕੀ ਹੈ? orbit ਦਾ ਨੰਬਰ। k orbit ਲਈ n ਦੀ ਵੈਲਿਊ small n ਦੀ ਵੈਲਿਊ 1 ਲੈਂਦੇ ਆ। ਫਾਰ ਐਗਜ਼ਾਮਪਲ ਦੇਖੋ, ਅਗਰ ਆਪਾਂ k orbit ਲਈ n ਦੀ ਵੈਲਿਊ 1 ਪੁੱਟ ਕਰਾਂਗੇ ਤੇ ਇਸ orbit ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ, ਉਹ ਇਸ ਫਾਰਮੂਲੇ ਤੋਂ ਪਤਾ ਲੱਗੂਗਾ। n ਦੀ ਵੈਲਿਊ 1 ਪੁੱਟ ਕਰੋ ਤੇ ਸਾਡੇ ਕੋਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਆ ਜਾਣਗੇ? 2। ਸੋ ਦੈਟ ਮੀਨਸ ਫਸਟ ਔਰਬਿਟ 2 ਇਲੈਕਟ੍ਰੋਨਸ ਰਿਵੋਲਵ ਕਰਨਗੇ। ਅਗਰ ਆਪਾਂ n ਦੀ ਵੈਲਿਊ ਦੇਖੋ, ਆ ਸੈਕਿੰਡ ਔਰਬਿਟ ਹੈ, ਮੀਨਸ n ਦੀ ਵੈਲਿਊ ਅਗਰ 2 ਪੁੱਟ ਕਰਾਂਗੇ, n ਦੀ ਵੈਲਿਊ 2 ਪੁੱਟ ਕਰੋ ਇੱਥੇ। ਸੋ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਰਿਵੋਲਵ ਕਰਨਗੇ ਇਸ ਸੈਕਿੰਡ ਔਰਬਿਟ 'ਚ? ਕਿੰਨੇ ਹੋਣਗੇ? 8 ਐਂਡ ਸੋ ਔਨ। ਠੀਕ ਹੈ, ਸੋ ਡਿਸਟ੍ਰੀਬਿਊਸ਼ਨ of electrons in the orbit is according to the formula n = 2n²। next point, ਹੁਣ ਇਲੈਕਟ੍ਰੋਨਸ ਬੱਚੋ ਇੱਕ ਔਰਬਿਟ ਤੋਂ ਦੂਜੇ ਔਰਬਿਟ ਦੇ ਵਿੱਚ ਜਾ ਸਕਦੇ ਹੈ। ਠੀਕ ਹੈ, ਬਟ ਉਹਨਾਂ ਨੂੰ ਇੱਕ ਔਰਬਿਟ ਤੋਂ ਦੂਜੇ ਔਰਬਿਟ ਜਾਂ ਦੂਜੇ ਔਰਬਿਟ ਤੋਂ ਪਹਿਲੇ ਔਰਬਿਟ ਜਾਂ ਕਿਸੇ ਔਰਬਿਟ ਤੋਂ ਵੀ ਕਿਸੇ ਔਰਬਿਟ ਤੱਕ ਜਾਣ ਲਈ ਇੱਕ એનર્ਜੀ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, so an electron jumps to a higher orbit when a fixed amount of energy is supplied to it, and it can also jumps to a lower orbit with the release of energy। it means ਇਹਦਾ ਮਤਲਬ ਕੀ ਹੈ ਕਿ ਇਲੈਕਟ੍ਰੋਨਸ ਇੱਕ ਲੋਅਰ orbit ਤੋਂ ਹਾਇਰ orbit ਦੇ ਵਿੱਚ ਜਾ ਸਕਦਾ ਹੈ ਜਦੋਂ ਉਸ ਇਲੈਕਟ੍ਰੋਨ ਨੂੰ ਇੱਕ ਜਿੰਨੀ ਕਿ ਉਹਨੂੰ એનર્ਜੀ ਦੀ ਜ਼ਰੂਰਤ ਹੁੰਦੀ ਹੈ ਉਨੀ એનર્ਜੀ ਮਿਲੇ। ਠੀਕ ਹੈ, ਸੋ ਅਗਰ ਇਹ ਕੋਈ ਇਲੈਕਟ੍ਰੋਨ ਆ ਉਹ ਇਸ ਔਰਬਿਟ ਦੇ ਵਿੱਚ ਹੈ ਤੇ ਉਹ ਇਸ ਔਰਬਿਟ ਦੇ ਵਿੱਚ ਜਾਣਾ ਚਾਹੁੰਦਾ ਹੈ, ਉਹਨੂੰ ਕੀ ਕਰਨਾ ਪਊਗਾ? ਇੱਕ ਫਿਕਸਡ ਅਮਾਊਂਟ ਆਫ એનર્ਜੀ ਅਬਜ਼ੋਰਬ ਕਰਨੀ ਪਊਗੀ। ਠੀਕ ਹੈ, ਇਹ ਉਸ ਤਰ੍ਹਾਂ ਹੀ ਹੈ ਕਿ ਤੁਸੀਂ ਇੱਕ ਬਿਲਡਿੰਗ ਦੇ ਇੱਕ ਰੂਮ ਤੋਂ ਇੱਕ ਕਹ ਲਓ ਕਿ ਰੂਮ ਤੋਂ ਦੂਸਰੇ ਰੂਮ ਤੱਕ ਜਾਣਾ ਹੈ। ਆਈ ਐਮ ਸੌਰੀ, ਰੂਮ ਨਹੀਂ, ਬਿਲਡਿੰਗ ਇੱਕ ਸਟੋਰੀ ਤੋਂ ਦੂਸਰੀ ਸਟੋਰੀ ਜਾਣਾ ਹੈ। ਠੀਕ ਹੈ, ਫਸਟ ਫਲੋਰ ਤੋਂ ਸੈਕਿੰਡ ਫਲੋਰ ਜਾਣਾ ਹੈ। ਸੋ ਤੁਹਾਨੂੰ ਓਬਵੀਅਸਲੀ ਤੁਹਾਡੀ એનર્ਜੀ ਲੱਗੂਗੀ। ਫਸਟ ਫਲੋਰ ਤੋਂ ਥਰਡ ਫਲੋਰ ਜਾਣਾ ਹੈ, ਤੁਹਾਨੂੰ ਤੁਹਾਡੀ એનર્ਜੀ ਲੱਗੂਗੀ। ਠੀਕ ਹੈ, ਇਸੇ ਤਰ੍ਹਾਂ ਹੀ ਹੈ। ਇਸ ਤਰ੍ਹਾਂ ਦੀ ਸਮਝ ਲਓ ਕਿ ਇੱਕ ਇਲੈਕਟ੍ਰੋਨ ਨੂੰ ਅਗਰ ਇੱਕ ਔਰਬਿਟ ਤੋਂ ਦੂਸਰੇ ਔਰਬਿਟ ਦੇ ਵਿੱਚ ਜਾਣਾ ਪਵੇ ਤਾਂ ਉਹਨੂੰ ਇੱਕ ਫਿਕਸਡ ਅਮਾਊਂਟ ਆਫ એનર્ਜੀ ਅਬਜ਼ੋਰਬ ਕਰਨੀ ਪਊਗੀ। ਐਂਡ ਅਗਰ ਕਿਸੇ ਇਲੈਕਟ੍ਰੋਨ ਨੂੰ ਹਾਇਰ ਔਰਬਿਟ, ਸੋ ਇਹਨੂੰ ਸੌਰੀ ਇੱਕ ਮੈਂ ਗੱਲ ਕਹਿਣਾ ਭੁੱਲ ਗਿਆ, ਇਹਨਾਂ ਨੂੰ ਆਪਾਂ ਲੋਅਰ ਔਰਬਿਟ ਕਹੋਗੇ। ਸੋ ਜਿਹਦੇ ਜਿਹਦਾ ਆਪਾਂ ਬਾਹਰ ਵੱਲ ਨੂੰ ਜਾਓਗੇ ਉਹਨੂੰ ਆਪਾਂ ਹਾਇਰ ਔਰਬਿਟ ਕਹੋਗੇ। ਠੀਕ ਹੈ, ਸੋ ਅਗਰ ਕਿਸੇ ਇਲੈਕਟ੍ਰੋਨ ਨੇ ਇੱਕ ਲੋਅਰ ਔਰਬਿਟ ਤੋਂ ਹਾਇਰ ਔਰਬਿਟ ਦੇ ਵਿੱਚ ਜਾਣਾ ਹੈ ਤਾਂ ਉਹਨੂੰ એનર્ਜੀ ਅਬਜ਼ੋਰਬ ਕਰਨੀ ਪਊਗੀ। ਠੀਕ ਹੈ,
एंड अगर कोई इलैक्ट्रॉन एक हायर ऑर्बिट तो लोअर ऑर्बिट के उत्ते जंप करता है, सपोज ये इलैक्ट्रॉन इस ऑर्बिट के विच आना चाहता है तो इत्थे जगह खाली है तो इत्थे आना चाहता है, ठीक है। सो उन्होंने एक इसलिए उन्होंने इस ऑर्बिट के बराबर एनर्जी रखनी पऊगी। देखो इस इलैक्ट्रॉन की इत्थे एनर्जी ज़्यादा है, इत्थे एनर्जी की है घट, ठीक है। सो इत्थे सिर्फ इस सैकेंड ऑर्बिट दे विच सिर्फ एक फिक्सड अमाउंट ऑफ एनर्जी वाले इलैक्ट्रॉन्स ही रह सकते हैं, तो उन्होंने एनर्जी जी होंगी आ इस इलैक्ट्रॉन तो घट होंगी है। सो अगर ये इलैक्ट्रॉन इत्थे आना चाहता है उन्होंने अपनी एनर्जी घट करनी पऊगी। सो इट मीनस जो कोई इलैक्ट्रॉन एक हायर ऑर्बिट टू लोअर ऑर्बिट जंप करता है तो वह एनर्जी नू रिलीज करता है। ओके, सो पॉइंट क्लीयर होया कि एक इलैक्ट्रॉन जो किसी लोअर ऑर्बिट टू हायर ऑर्बिट जाता है तो उन्होंने एनर्जी गेन करनी पैंदी है, ठीक है, अब्जॉर्ब करनी पैंदी है। अगर एक इलैक्ट्रॉन हायर ऑर्बिट टू लोअर ऑर्बिट जाता है तो उन्होंने एनर्जी रिलीज करनी पैंदी है। ओके, सो नेक्स्ट पॉइंट देखो इतने, नेक्स्ट पॉइंट आ जाओ हम, वैलेंस इलैक्ट्रॉन्स, वैलेंस इलैक्ट्रॉन्स, ठीक है। सो जो आउटर मोस्ट ऑर्बिट है ना, देखो बाहर वाला ऑर्बिट, सब तो बाहर वाला ऑर्बिट, आउटर मोस्ट ऑर्बिट दे विच जिहड़े इलैक्ट्रॉन्स रिवॉल्व करते हैं, जिहड़े उन्होंने इलैक्ट्रॉन्स मैं कहूँगा वैलेंस इलैक्ट्रॉन्स। सो वैलेंस इलैक्ट्रॉन्स की है, द नंबर ऑफ इलैक्ट्रॉन्स इन द आउटर मोस्ट ऑर्बिट, द इलैक्ट्रॉन्स इन द आउटर मोस्ट ऑर्बिट आर कॉल्ड वैलेंस इलैक्ट्रॉन। पॉइंट क्लीयर होया, ये बहुत ही इंपॉर्टेंट पॉइंट है, तुहानू पता होना चाहिए कि वैलेंस इलैक्ट्रॉन्स की होंगे है, क्योंकि ये वैलेंस ना दा वर्ड अगे काफ़ी बार यूज होएगा, ठीक है। सो वैलेंस इलैक्ट्रॉन्स की होंगे आ, वो इलैक्ट्रॉन जिहड़े कि किसी एटम के आउटर मोस्ट ऑर्बिट, सब तो बाहर वाले ऑर्बिट दे विच, ठीक है, सब तो बाहर वाले ऑर्बिट प्रेजेंट होंगे। सो नेक्स्ट पॉइंट, द इलैक्ट्रॉन इन द फर्स्ट ऑर्बिट हैव लीस्ट एनर्जी एंड आउटर मोस्ट ऑर्बिट हैव द हाईएस्ट एनर्जी, ठीक है। सो ये फर्स्ट ऑर्बिट है, इस ऑर्बिट दे विच इलैक्ट्रॉन्स की एनर्जी, ठीक है, घट होगी, तो जो सब तो आउटर मोस्ट ऑर्बिट है ਉਹਦੇ ਵਿੱਚ इलैक्ट्रॉन्स की एनर्जी ज़्यादा होगी। ਦਾ मतलब है कि जिदे ਦਾ ਆਪਾਂ ਕਿਸੇ लोअर ऑर्बिट टू हायर ऑर्बिट ਵੱਲ ਨੂੰ ਜਾਂਦੇ ਆ, इलैक्ट्रॉन्स की एनर्जी भी इनक्रीज करती जाती है, ठीक है। सो ये साडा हो गया बोहर्स मॉडल ऑफ एन एटम। सो ये बोहर ने एक पिक्चर दसी सी सानू कि एटम किस तरह का होगा, ਉਹਦੇ 'ਚ इलैक्ट्रॉन्स होणगे, ऑर्बिट्स होणगे, उन्हां दी एनर्जी होगी, ठीक है। सो ये सानू बोहर्स ने दस्सिया, बोहर्स मॉडल ऑफ एन एटम। सो नेक्स्ट आ जाओ, फॉर्मेशन ऑफ एनर्जी बैंड्स। हुण एनर्जी बैंड्स किस तरह बनते हैं, ठीक है। सो थोड़ा पहला आप रिवाइज कर लें। सो जिमें कि दस्सिया मैं कि जो फर्स्ट ऑर्बिट है, ए वाला ऑर्बिट, फर्स्ट ऑर्बिट, सो दिस इज न्यूक्लियस। जो फर्स्ट ऑर्बिट है, सो फर्स्ट ऑर्बिट इलैक्ट्रॉन्स की एनर्जी होगी -13.6 इलैक्ट्रॉन वोल्ट, ई फॉर इलैक्ट्रॉन, वी फॉर वोल्ट। सो दिस इज द यूनिट ऑफ एनर्जी, ठीक है। सो सैकेंड ऑर्बिट, सो ये है सैकेंड ऑर्बिट, जो इलैक्ट्रॉन्स इन्हां सैकेंड ऑर्बिट्स विच होणगे उन्हां इलैक्ट्रॉन्स की एनर्जी कितनी होगी -3.4 इलैक्ट्रॉन वोल्ट। एंड जो थर्ड ऑर्बिट जिहड़ा कि इत्थे थर्ड ऑर्बिट है उहदे विच सिर्फ एक ही इलैक्ट्रॉन है। सो थर्ड ऑर्बिट जिन्ने भी इलैक्ट्रॉन्स होणगे उन्हां दी एनर्जी कितनी होगी -1.6 इलैक्ट्रॉन वोल्ट, ठीक है। सो इट मीन्स each orbit has fixed amount of energy and all the electrons of that orbit will also have the same energy. It means ये मैं पहले दस चुका है कि हर एक ऑर्बिट दे नाल एक फिक्स्ड अमाउंट ऑफ एनर्जी एसोसिएटेड होंदी है, ठीक है। ये आप पहले कर चुके हैं। सो तुसीं एक हुण इत्थे तुहाडे लई क्वेश्चन है कि मैनूं दसना कि ये जो एटम है तुसीं पहचान करनी है ये किहड़े एलीमेंट दा एटम है। तुसीं नंबर ऑफ इलैक्ट्रॉन्स नूं काउंट करके मैनूं दसना है कि किहड़े एलीमेंट दा एटम है। ओके, सो काफ़ी इंपॉर्टेंट एलीमेंट है, सो तुसीं दसना है। सो हुण देखना आपां एनर्जी बैंड्स किस तरह बनते हैं किसी भी सॉलिड दे विच। सो देखो सानूं बच्चों पहला पता ही है कि
ਕਿਸੇ ਵੀ ਸੋਲਿਡ ਦੇ ਵਿੱਚ ਜੋ ਨੰਬਰ ਆਫ ਐਟਮਸ ਹੈ ਉਹ ਕਾਫੀ ਇੱਕ ਦੂਸਰੇ ਦੇ ਕਾਫੀ ਕਲੋਜ਼ ਹੁੰਦੇ ਆ, ਠੀਕ ਹੈ। ਸੋ ਨੰਬਰ ਆਫ ਐਟਮਸ ਇੱਕ ਦੂਸਰੇ ਦੇ ਕਾਫੀ ਕਲੋਜ਼ ਹੁੰਦੇ ਆ, ਠੀਕ ਹੈ। ਸੋ ਫਾਰ ਐਗਜ਼ਾਮਪਲ ਇਸ ਪਿਕਚਰ ਦੇ ਵਿੱਚ ਦੇਖੋ, ਸੋ ਜਦੋਂ ਨੰਬਰ ਆਫ ਐਟਮਸ ਇੱਕ ਦੂਸਰੇ ਦੇ ਕਾਫੀ ਕਲੋਜ਼ ਹੁੰਦੇ ਆ ਤਾਂ ਉਹਨਾਂ ਦੇ ਦੇਖੋ ਧਿਆਨ ਨਾਲ ਦੇਖੋ, ਉਹਨਾਂ ਦੇ ਆਊਟਰ ਔਰਬਿਟਸ ਇੱਕ ਦੂਸਰੇ ਦੇ ਨਾਲ ਓਵਰਲੈਪ ਕਰ ਜਾਂਦੇ ਆ, ਇੱਕ ਦੂਜੇ ਨੂੰ ਇੰਟਰੈਕਟ ਕਰਦੇ ਆ, ਠੀਕ ਹੈ। ਸੋ ਦੇਖੋ ਜਦੋਂ ਇਹ ਵਾਲਾ ਐਟਮ ਇਸ ਐਟਮ ਦੇ ਬਿਲਕੁਲ ਕਲੋਜ਼ ਆ ਜਾਵੇਗਾ ਨਾ, ਤੇ ਦੇਖੋ ਆਹ ਵਾਲਾ ਇਲੈਕਟ੍ਰੋਨਸ ਪਹਿਲਾਂ ਜਦੋਂ ਇਹ ਇਸ ਕੰਡੀਸ਼ਨ ਤੇ ਜਦੋਂ ਕੱਲਾ ਐਟਮ ਹੁੰਦਾ ਹੈ, ਉਹਦੇ ਆਸ-ਪਾਸ ਕੋਈ ਵੀ ਹੋਰ ਐਟਮ ਨਹੀਂ ਹੈ, ਉਸ ਕੇਸ ਦੇ ਜਿਹਦਾ ਆਊਟਰ ਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਹੈ, ਠੀਕ ਹੈ, ਤੇ ਉੱਤੇ ਕਿਹੜੀ ਫੋਰਸ ਲੱਗ ਰਹੀ ਹੁੰਦੀ ਹੈ ਇਸ ਕੇਸ ਦੇ ਵਿੱਚ। ਸੋ ਇਸ ਕੇਸ ਦੇ ਵਿੱਚ ਸਿਰਫ ਤੇ ਸਿਰਫ ਆ ਜੋ ਸਾਡੇ ਕੋਲ ਇੱਕ ਨਿਊਕਲੀਅਸ ਹੈ, ਠੀਕ ਹੈ, ਇੱਕ ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ, ਠੀਕ ਹੈ, ਤੇ ਇਲੈਕਟ੍ਰੋਨ ਤੇ ਹੁੰਦਾ ਨੈਗੇਟਿਵ ਚਾਰਜ। ਸੋ ਸਿਰਫ ਇੱਕ ਇਲੈਕਟ੍ਰੋਸਟੈਟਿਕ ਫੋਰਸ ਹੈ ਉਹੀ ਇਹਨਾਂ ਵਿੱਚ ਲੱਗ ਰਹੀ ਹੁੰਦੀ ਹੈ, ਠੀਕ ਹੈ। ਸੋ ਇਸ ਕੇਸ ਦੇ ਸਿਰਫ ਇਹ ਜੋ ਇਲੈਕਟ੍ਰੋਨ ਹੈ ਇਸ ਪੋਜ਼ਿਟਿਵ ਚਾਰਜ ਦੇ ਅੰਡਰ ਇਨਫਲੂਐਂਸ ਦੇ ਅੰਡਰ ਹੀ ਹੈ, ਠੀਕ ਹੈ। ਬਟ ਇਸ ਕੇਸ ਦੇ ਵਿੱਚ ਦੇਖੋ ਜਦੋਂ ਦੋ ਐਟਮਸ ਇੱਕ ਦੂਸਰੇ ਦੇ ਕਲੋਜ਼ ਆ ਜਾਣ, ਸੋ ਦੇਖੋ ਇਸ ਕੇਸ ਦੇ ਵਿੱਚ ਇਹ ਇਲੈਕਟ੍ਰੋਨ ਇਸ ਨਿਊਕਲੀਅਸ ਦੀ ਇਨਫਲੂਐਂਸ ਦੇ ਅੰਡਰ ਵੀ ਹੈ, ਠੀਕ ਹੈ। ਇਟ ਮੀਨਸ ਇਸ ਇਲੈਕਟ੍ਰੋਨ ਦੇ ਉੱਤੇ ਇਸ ਨਿਊਕਲੀਅਸ ਦਾ ਵੀ ਪ੍ਰਭਾਵ ਪੈ ਰਿਹਾ ਹੈ, ਤੇ ਕਿਉਂਕਿ ਇਹ ਐਟਮ ਜਦੋਂ ਇਹਦੇ ਕਲੋਜ਼ ਆ ਜਾਂਦਾ ਹੈ ਤਾਂ ਇਸ ਇਲੈਕਟ੍ਰੋਨ ਦੇ ਉੱਤੇ ਇਸ ਐਟਮ ਦੇ ਨਿਊਕਲੀਅਸ ਤੇ ਇਸ ਐਟਮ ਦੇ ਹੋਰ ਇਲੈਕਟ੍ਰੋਨਸ ਦਾ ਵੀ ਇਫੈਕਟ ਪੈਣਾ ਸ਼ੁਰੂ ਕਰ ਦਿੰਦਾ ਹੈ। ਦੇਖੋ ਇਸ ਕੇਸ ਦੇ ਵਿੱਚ ਇਸ ਇਲੈਕਟ੍ਰੋਨ ਦੀ ਇੱਕ ਫਿਕਸਡ ਅਮਾਉਂਟ ਆਫ એનર્ਜੀ ਆ, ਉਹ ਕਿੰਨੀ ਆ -1.6 ਇਲੈਕਟ੍ਰੋਨ ਵੋਲਟ ਇਸ ਕੇਸ ਦੇ ਵਿੱਚ ਜਦੋਂ ਐਟਮ ਕੱਲਾ ਹੈ। ਬਟ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ, ਇਹ ਇਲੈਕਟ੍ਰੋਨ ਇਸ ਐਟਮ ਦੇ ਇਨਫਲੂਐਂਸ ਅੰਡਰ ਵੀ ਆ ਜਾਂਦਾ ਹੈ, ਤੇ ਇਸ ਐਟਮ ਦੇ ਇਨਫਲੂਐਂਸ ਅੰਡਰ ਤਾਂ ਹੈ ਹੀ ਹੈ। ਸੋ ਇਹਦੇ ਉੱਪਰ ਵੀ ਇੱਕ ਐਟਮ ਹੁੰਦਾ ਹੈ, ਉਹਦੇ ਇਨਫਲੂਐਂਸ ਦੇ ਅੰਡਰ ਵੀ ਆ ਜਾਂਦਾ ਹੈ, ਤੇ ਇਸ ਦੇ ਇਸ ਸਾਈਡ ਦੇ ਵਿੱਚ ਵੀ ਇੱਕ ਐਟਮ ਦਾ ਉਹਦੇ ਇਨਫਲੂਐਂਸ ਦੇ ਅੰਡਰ ਵੀ ਆ ਜਾਂਦਾ ਹੈ, ਠੀਕ ਹੈ। ਸੋ ਇਹਦੀ એનર્ਜੀ ਜਿਹੜੀ ਹੁੰਦੀ ਹੈ ਇਸ ਔਰਬਿਟ ਦੀ એનર્ਜੀ ਚੇਂਜ ਹੋ ਜਾਂਦੀ ਹੈ, ਠੀਕ ਹੈ। ਸੋ ਸਿਮਿਲਰਲੀ ਇਸ ਔਰਬਿਟ ਦੀ એનર્ਜੀ ਵੀ ਚੇਂਜ ਹੋ ਜਾਊਗੀ, ਇਸ ਔਰਬਿਟ ਦੀ એનર્ਜੀ ਵੀ ਚੇਂਜ ਹੋ ਜਾਊਗੀ, ਇਹਦੀ ਹੁਣ ਇੱਕ ਫਿਕਸਡ ਅਮਾਉਂਟ ਆਫ એનર્ਜੀ ਨਹੀਂ ਰਹੂਗੀ। ਸੋ ਜਦੋਂ ਇਸ ਤਰ੍ਹਾਂ ਐਟਮ ਇੱਕ ਦੂਸਰੇ ਦੇ ਕਲੋਜ਼ ਆਉਂਦੇ ਹੈ ਤਾਂ ਹੁੰਦਾ ਕੀ ਹੈ, ਇਹਨਾਂ ਐਟਮਸ ਦੇ ਔਰਬਿਟਸ ਇੱਕ ਦੂਜੇ ਨੂੰ ਓਵਰਲੈਪ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਸੋ ਇੱਕ ਦੂਸਰੇ ਉੱਪਰ ਓਵਰਲੈਪ ਹੋਣਾ ਸ਼ੁਰੂ ਕਰ ਦਿੰਦੇ। ਸੋ ਦੇਖੋ in solids all the atoms are closely packed such that atomic orbitals of these atoms overlap each other. So overlap ਹੋਣਾ start, ਇਹਨਾਂ ਦੇ atomic orbitals overlap ਹੋਣਾ start ਕਰ ਦਿੰਦੇ ਆ, ਠੀਕ ਹੈ। ਸੋ overlap ਹੋਣਾ ਕੀ ਹੋਊਗਾ, ਸੋ outermost shell ਹੈ ਜਿਹੜਾ ਸਾਡਾ outermost orbit ਹੈ ਉਹਦੀ એનર્ਜੀ ਚੇਂਜ ਹੋ ਜਾਂਦੀ ਹੈ, ਠੀਕ ਹੈ। એનર્ਜੀ ਲੈਵਲਸ outermost shells ਦੇ outermost level ਦੇ outermost orbit ਦੇ એનર્ਜੀ ਲੈਵਲਸ ਚੇਂਜ ਹੋ ਜਾਂਦੇ ਆ। ਹੁਣ ਇਹਦੀ ਇੱਕ ਫਿਕਸਡ ਅਮਾਉਂਟ ਆਫ એનર્ਜੀ ਨਹੀਂ ਰਹਿੰਦੀ, ਠੀਕ ਹੈ। ਸੋ ਦਾ overlapping of atomic orbital results in the modification of energy levels of the outermost ਇੱਥੇ orbit ਆਣਾ ਹੀ outermost orbits and the energy of these levels gets modified. ਸੋ ਇਹਨਾਂ ਦੀ એનર્ਜੀ ਚੇਂਜ ਹੋ ਜਾਂਦੀ ਹੈ। ਸੋ ਇਹਨਾਂ outermost ਜੋ ਸਾਡੇ ਕੋਲ outermost shell ਹੈ ਜਾਂ outermost orbit ਹੈ ਉਹਨਾਂ ਦੀ ਇੱਕ ਫਿਕਸਡ ਅਮਾਉਂਟ ਆਫ એનર્ਜੀ ਨਹੀਂ ਰਹਿੰਦੀ, ਬਟ ਇੱਕ ਰੇਂਜ ਆ ਜਾਂਦੀ એનર્ਜੀ ਦੇ ਵੀ, ਠੀਕ ਹੈ। ਸੋ ਇੱਕ ਰੇਂਜ ਆ ਜਾਂਦੀ એનર્ਜੀ ਦੀ। ਸੋ ਇਹੀ ਰੇਂਜ ਨੂੰ ਆਪਾਂ ਕਹਿੰਦੇ ਆ એનર્ਜੀ ਬੈਂਡ। ਸੋ ਇਹ ਕੇਸ ਦੇ ਵਿੱਚ ਜਦੋਂ ਐਟਮਸ ਇੱਕ ਦੂਜੇ ਨੂੰ ਓਵਰਲੈਪ ਕਰ ਜਾਂਦੇ ਆ ਤਾਂ ਇਹਨਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਜੋ ਔਰਬਿਟਸ ਹੁੰਦੇ ਆ, ਠੀਕ ਹੈ, ਉਹਨਾਂ ਦੀ ਇੱਕ ਫਿਕਸਡ ਅਮਾਉਂਟ ਆਫ એનર્ਜੀ ਨਹੀਂ ਰਹਿੰਦੀ। ਸੋ ਇਟ ਮੀਨਸ ਇਹਨਾਂ ਦੀ ਜੋ એનર્ਜੀ ਹੈ, ਇਹਨਾਂ ਔਰਬਿਟਸ ਜਿਹੜੇ ਇਲੈਕਟ੍ਰੋਨਸ ਹੋਣਗੇ ਉਹਨਾਂ ਦੀ એનર્ਜੀ ਹੈ ਉਹਦੀ ਵੈਲਿਊ ਚੇਂਜ ਕਰਦੀ ਹੈ, ਰੇਂਜ ਉਹਦੀ એનર્ਜੀ ਦੀ ਇੱਕ ਰੇਂਜ ਆ ਜਾਂਦੀ ਹੈ, ਠੀਕ ਹੈ। ਉਸ એનર્ਜੀ ਰੇਂਜ ਨੂੰ ਮੈਂ ਕਹਿੰਦਾ ਆ એનર્ਜੀ ਬੈਂਡ। ਸੋ
सो देखो थोड़ा ट्रिकी है। सो हर एक ने समझण की कोशिश करनी है कि जदों किसी सॉलिड दे विच नंबर ऑफ एटम्स एक दूसरे दे क्लोज आ जाते हैं तो उन्होंने आउटर मोस्ट शैल्स एक दूसरे को ओवरलैप कर जाते हैं। सो ओवरलैप करन दे नाल की हुंदा कि इन्हां आउटर मोस्ट शैल्स दा ऑर्बिट्स की एनर्जी फिक्स नहीं रहिंदी, एनर्जी की एक रेंज बन जाती है। सो दैट मीनस इन्हां आउटर मोस्ट शैल दे विच जो इलैक्ट्रॉन्स होणगे उन्हां दी भी एनर्जी फिक्स नहीं रहूगी, उन्होंने एनर्जी की भी एक रेंज बन जाऊगी। सो उस एनर्जी की रेंज में मैं कहना है एनर्जी बैंड। सो इस तरह किसी सॉलिड्स दे विच एनर्जी बैंड्स बनते हैं। ठीक है। सो कंक्लूजन की निकली साडे इस टॉपिक की। बैंड किद्दां फॉर्म होंदे आ जदों एटम्स एक दूसरे के बहुत क्लोज आ जाते हैं, उन्होंने आउटर मोस्ट ऑर्बिट्स आउटर मोस्ट शैल जिहड़े हुंदे आ ओह एक दूसरे को ओवरलैप कर जाते हैं। सो ओवरलैप करन दे नाल की हुंदा है इन्हां इलैक्ट्रॉन्स की एनर्जी फिक्स नहीं रहिंदी, इन्हां ऑर्बिट्स की एनर्जी फिक्स नहीं रहिंदी, इन्हां दी एनर्जी की एक रेंज बन जाती है। रेंज मीनस इन्हां दी एनर्जी फिक्स नहीं रहिंदी, इहदी कुछ एनर्जी कुछ होर होगी, इसकी एनर्जी कुछ होर होगी। ठीक है। इसकी एनर्जी कुछ होर होगी, एनर्जी की एक रेंज बन जाती है। उस रेंज में मैं कहना है एनर्जी बैंड। ठीक है। सो एनर्जी बैंड दे विच एक एनर्जी की रेंज हुंदी है। सो जिहड़े इलैक्ट्रॉन्स किसी एनर्जी बैंड दे विच होणगे उन्हां दी हर एक इलैक्ट्रॉन की एनर्जी डिफरेंट होगी। ठीक है। सो दिस इज़ द एंड ऑफ द वीडियो। आई होप सारे समझ आया होगा। अगर किसी को नहीं समझ आया तो मैनू मैसेज करके पूछ सकता है तो मैं कोशिश कराँगा दोबारा समझाने की। ये टॉपिक जिहड़ा हैगा एनर्जी बैंड ये बहुत इंपोर्टेंट है इंसुलेटर्स, कंडक्टर्स ते सैमी कंडक्टर नूं समझण लई। सो नैक्सट टॉपिक दे विच आपां करांगे कि एनर्जी बैंड्स दी कितनियां टाइप्स है। ओके, थैंक यू।